ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ, ਜਿਸ ਦਾ ਨਾਮ ਹੈ ਗੁਰਸਿੱਖ ਬਲੌਗ। ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਹੋਵੋਗੇ। ਅਸੀਂ ਪਹੁੰਚੇ ਹੋਏ ਹਾਂ ਜੀ ਇਤਿਹਾਸਕ ਨਗਰੀ ਸ਼੍ਰੀ ਸੁਲਤਾਨਪੁਰ ਲੋਧੀ ਸਾਹਿਬ। ਪਿਛਲੇ ਬਲੌਗਸ ਵਿੱਚ ਆਪ ਜੀ ਨੂੰ ਅਸੀਂ ਦਰਸ਼ਨ ਕਰਾਏ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਗੁਰਦੁਆਰਾ ਸ਼੍ਰੀ ਹੱਟ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਂ ਦੇ ਆਪ ਜੀ ਨੇ ਪਿਛਲੇ ਬਲੌਗ ਵਿੱਚ ਦਰਸ਼ਨ ਕੀਤੇ ਹਨ। ਆਓ ਹੁਣ ਅਸੀਂ ਤੁਹਾਨੂੰ ਅੱਗੇ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸ਼੍ਰੀ ਅੰਤਰਜਾਮਤਾ ਸਾਹਿਬ। ਆਪ ਜੀ ਇਸ ਬਲੌਗ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਇਸੇ ਤਰ੍ਹਾਂ ਹੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਬਲੌਗ ਨੂੰ ਦੇਖਦੇ ਰਹੋ। ਸਾਡੇ ਨਾਲ ਆਪ ਜੀ ਚੱਲੋ ਅਤੇ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਅਤੇ ਜਿਨ੍ਹਾਂ ਸੰਗਤਾਂ ਨੇ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਸਾਨੂੰ ਵੀ ਫਿਰ ਹੌਸਲਾ ਹੁੰਦਾ ਹੈ ਜਦੋਂ ਤੁਸੀਂ ਸਾਨੂੰ ਪਿਆਰ ਬਖਸ਼ਦੇ ਹੋ। ਪਿਛਲੇ ਬਲੌਗਸ ਨੂੰ ਸੰਗਤ ਨੇ ਬਹੁਤ ਪਿਆਰ ਬਖਸ਼ਿਆ। ਆਪ ਜੀ ਨੇ ਸਾਡੇ ਬਲੌਗ ਬਹੁਤ ਹੀ ਪਿਆਰ ਨਾਲ ਵੇਖੇ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਹੀ ਸਾਨੂੰ ਪਿਆਰ ਬਖਸ਼ਦੇ ਰਹੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਜੀ। ਆਓ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸ਼੍ਰੀ ਅੰਤਰਜਾਮਤਾ ਸਾਹਿਬ। ਇਹ ਗੁਰਦੁਆਰਾ ਸਾਹਿਬ ਬੱਸ ਸਟੈਂਡ ਦੇ ਬਿਲਕੁਲ ਹੀ ਨਾਲ ਗੁਰਦੁਆਰਾ ਸਾਹਿਬ ਹੈ। ਆਪ ਜੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ, ਫਿਰ ਆਪ ਜੀ ਨੂੰ ਅਸੀਂ ਇੱਥੋਂ ਦਾ ਇਤਿਹਾਸ ਸਰਵਣ ਕਰਾਵਾਂਗੇ। ਬਹੁਤ ਹੀ ਵਡਮੁੱਲਾ ਇਤਿਹਾਸ ਹੈ ਗੁਰਦੁਆਰਾ ਸ਼੍ਰੀ ਅੰਤਰਜਾਮਤਾ ਸਾਹਿਬ ਦਾ। ਸੋ ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ਼੍ਰੀ ਅੰਤਰਜਾਮਤਾ ਸਾਹਿਬ। ਆਪ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਕ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਮੁਸਲਮਾਨ ਵੀਰਾਂ ਨੇ ਪੁੱਛਿਆ ਕਿ ਸਤਿਗੁਰੂ ਜੀ, ਆਪ ਜੀ ਹਿੰਦੂਆਂ ਦੇ ਗੁਰੂ ਹੋ ਜਾਂ ਮੁਸਲਮਾਨਾਂ ਦੇ ਪੀਰ ਹੋ? ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਦੋਨਾਂ ਦੇ ਸਾਂਝੇ ਗੁਰੂ ਹਾਂ। ਅਤੇ ਜਦੋਂ ਸਤਿਗੁਰੂ ਜੀ ਦਾ ਇਹ ਬਚਨ ਸੁਣਿਆ ਤਾਂ ਮੁਸਲਮਾਨ ਵੀਰ ਕਹਿਣ ਲੱਗੇ, ਸਤਿਗੁਰੂ ਜੀ, ਜੇ ਆਪ ਜੀ ਦੋਨਾਂ ਦੇ ਸਾਂਝੇ ਗੁਰੂ ਹੋ ਤਾਂ ਸਾਡੇ ਨਾਲ ਵੀ ਆ ਕੇ ਨਵਾਜ਼ ਪੜ੍ਹੋ। ਜੋ ਆਪ ਜੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ, ਇੱਥੇ ਇੱਕ ਮਸੀਤ ਸੀ ਜਿਸ ਜਗ੍ਹਾ 'ਤੇ ਮੁਸਲਮਾਨ ਵੀਰ ਨਮਾਜ਼ ਅਦਾ ਕਰਦੇ ਸਨ। ਮੁਸਲਮਾਨ ਵੀਰਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ ਅਸਥਾਨ 'ਤੇ ਆਏ ਅਤੇ ਜਦੋਂ ਮੁਸਲਮਾਨ ਵੀਰ ਨਮਾਜ਼ ਅਦਾ ਕਰ ਰਹੇ ਸਨ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਨਮਾਜ਼ ਅਦਾ ਨਹੀਂ ਕੀਤੀ। ਜਦੋਂ ਨਮਾਜ਼ ਦੀ ਸਮਾਪਤੀ ਹੋਈ ਤਾਂ ਨਵਾਬ ਕਹਿਣ ਲੱਗਾ ਵੀ ਸਤਿਗੁਰੂ ਜੀ, ਤੁਸੀਂ ਤਾਂ ਕਹਿੰਦੇ ਸੀ ਅਸੀਂ ਦੋਨਾਂ ਦੇ ਸਾਂਝੇ ਗੁਰੂ ਹੋ, ਅਤੇ ਫਿਰ ਸਾਡੇ ਨਾਲ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਇਹ ਨਵਾਬ, ਅਸਲ ਵਿੱਚ ਤਾਂ ਤੁਸੀਂ ਵੀ ਨਮਾਜ਼ ਨਹੀਂ ਪੜ੍ਹੀ। ਅਤੇ ਨਵਾਬ ਕਹਿਣ ਲੱਗਾ, ਨਹੀਂ ਮਹਾਰਾਜ, ਅਸੀਂ ਤਾਂ ਤੁਹਾਡੇ ਸਾਹਮਣੇ ਨਮਾਜ਼ ਪੜ੍ਹ ਰਹੇ ਸੀ। ਤਾਂ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਭਾਈ, ਅਸਲ ਵਿੱਚ ਤੁਸੀਂ ਤਨ ਕਰਕੇ ਨਮਾਜ਼ ਪੜ੍ਹ ਰਹੇ ਸੀ, ਮਨ ਤੁਹਾਡਾ ਇੱਥੇ ਹਾਜ਼ਰ ਨਹੀਂ ਸੀ। ਇਹ ਨਵਾਬ, ਤੇਰਾ ਮਨ ਤਾਂ ਕੰਧਾਰ ਘੋੜੇ ਖਰੀਦ ਰਿਹਾ ਸੀ। ਉਸ ਸਮੇਂ ਨਵਾਬ ਕਹਿਣ ਲੱਗਾ, ਮਹਾਰਾਜ, ਜੇ ਮੈਂ ਘੋੜੇ ਖਰੀਦ ਰਿਹਾ ਸੀ ਤਾਂ ਤੁਸੀਂ ਕਾਜੀ ਦੇ ਨਾਲ ਨਮਾਜ਼ ਪੜ੍ਹ ਲੈਂਦੇ। ਉਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਇਹ ਨਵਾਬ ਸਾਹਿਬ, ਅਸਲ ਵਿੱਚ ਤਾਂ ਕਾਜੀ ਦਾ ਮਨ ਵੀ ਇੱਥੇ ਹਾਜ਼ਰ ਨਹੀਂ ਸੀ। ਤਨ ਕਰਕੇ ਕਾਜੀ ਜ਼ਰੂਰ ਹਾਜ਼ਰ ਸੀ, ਪਰ ਮਨ ਕਰਕੇ ਕਾਜੀ ਵੀ ਆਪਣੇ ਘਰ ਗਿਆ ਹੋਇਆ ਸੀ। ਕਿਤੇ ਨਵ ਜੰਮੀ ਬਛੇਰੀ ਖੂਹ ਵਿੱਚ ਨਾ ਡਿੱਗ ਜਾਵੇ। ਉਸ ਸਮੇਂ ਸਾਰੇ ਮੁਸਲਮਾਨ ਵੀਰਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਆਖਿਆ, ਸਤਿਗੁਰੂ ਜੀ, ਤੁਸੀਂ ਤਾਂ ਆਪ ਖੁਦਾ ਦੇ ਰੂਪ ਹੋ। ਇਸ ਕਰਕੇ ਇਸ ਅਸਥਾਨ ਦਾ ਨਾਮ ਗੁਰਦੁਆਰਾ ਅੰਤਰਜਾਮਤਾ ਸਾਹਿਬ ਪੈ ਗਿਆ, ਕਿਉਂਕਿ ਸਤਿਗੁਰੂ ਜੀ ਨੇ ਉਹਨਾਂ ਦੇ ਮਨ ਦੀਆਂ ਬਾਤਾਂ ਬੁੱਝ ਲਈਆਂ। ਇਕੱਲਾ ਮੁਸਲਮਾਨ ਵੀਰਾਂ ਨੂੰ ਹੀ ਨਹੀਂ ਸਤਿਗੁਰੂ ਜੀ ਨੇ ਇਹ ਉਪਦੇਸ਼ ਦਿੱਤਾ, ਸਾਨੂੰ ਵੀ ਸਤਿਗੁਰੂ ਜੀ ਦਾ ਇਹੀ ਉਪਦੇਸ਼ ਹੈ। ਜਦੋਂ ਵੀ ਨਿਤਨੇਮ ਕਰਨਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਤਾਂ ਆਪਣੇ ਮਨ ਨੂੰ ਹਾਜ਼ਰ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਾ।
क्योंकि बाणी विच भी आपां पढ़दे हां, प्रभ की उस्तत करो संत मीत, सावधान एकाग्र चीत। एकाग्र चित हो के मन नूं हाज़र करके उस अकाल पुरख वाहिगुरू जी का सिमरन करना। जे साडा मन ही किते होदर भटक रिहा, मूँह चों असीं वाहिगुरू वाहिगुरू जप रहे हां, तां महाराज कहंदे ਉਹ वाहिगुरू जपिया तेरा दरगाह विच प्रवान नहीं होएगा। सो ये आप जी ने दर्शन कीते ਹਨ गुरुद्वारा श्री अंतर जामता साहिब जी दे। इत्थों का इतिहास भी आप जी ने सरवण किया है। आओ हुण आपां चलदे हां अगले गुरुद्वारा साहिब। उस गुरुद्वारा साहिब का इतिहास भी तुहानूं असीं सरवण करावांगे। इसे तरह ही ब्लॉग दे नाल जुड़े रहो। हुण असीं जा रहे हां जी गुरुद्वारा बेबे नानकी जी। आओ उत्थों का भी इतिहास तुहानूं सरवण करावांगे। आप जी पहलां दर्शन करो बेबे नानकी जी का वो पुरातन घर, जिस घर विच बेबे नानकी जी भाईया जै राम जी रहा करते सन। बेबे नानकी जी का रिहायश घर आप जी सामने दर्शन कर रहे हो। देखो कितना सुंदर गुरुद्वारा साहिब बनया होया। उस तरह की दिख दिती हुई है गुरुद्वारा साहिब नूं जिवें उस समय बेबे नानकी जी का घर सी। आओ लैके चलते हैं तुहानूं गुरुद्वारा साहिब के अंदर भी। आप जी दर्शन करो बाहरों गुरुद्वारा साहिब। आओ हुण तुहानूं दर्शन कराइए बेबे नानकी जी का वो पुरातन घर, जिस घर विच बेबे नानकी जी ते भाईया जै राम जी रहा करते सन। अंदरों दर्शन करो वो पावन पवित्र अस्थान जिथे धन गुरु नानक देव महाराज जी ने भी अपने पावन पवित्र चरण पाए ते काफ़ी लंबा समा इस घर विच धन गुरु नानक देव महाराज सरीरक तौर पर रहे। इस अस्थान का होर भी बहुत वडमुला इतिहास ये है कि जदों धन गुरु नानक देव महाराज जगत जलंधे का उद्धार करते समय उदासियां ते गए सन, तां एक दिन बेबे नानकी जी प्रशादा तैयार कर रहे सन ते धन गुरु नानक देव महाराज जी नूं याद किया। तां गुरु नानक देव महाराज जियां ने उसे वक्त ही बेबे नानकी जी नूं दर्शन दिते अते बेबे नानकी जी दे हत्थों प्रशादा छकिया। ते इत्थों दा ये भी इतिहास है धन गुरु नानक देव महाराज इस घर तो ही मोदी खाने जाते सन ते लोड़वंदां नूं 13-13 तोलते सन। इत्थों ही धन गुरु नानक देव महाराज वई नदी के कंढे इशनान करन वास्ते जाते सन। सो साध संगत जी आओ आप जी दर्शन करो। ये जो आप जी देख रहे हो ये खूही साहिब है। ये बेबे नानकी जी के घर विच वो पुरातन खूही है जिथों बेबे नानकी जी पानी कढ़ते सन पीण वास्ते। आप जी दर्शन कर रहे हो उस खूही दे ते धन गुरु नानक देव महाराज जी दीयां खुशियां प्राप्त करो। होर संगतां तक भी ये वीडियो नूं शेयर करो तां जो होर संगतां भी इस इतिहासक स्थानां दे दर्शन कर सकण जी। आ दर्शन कर रहे हो धन गुरु ग्रंथ साहिब महाराज जी का प्रकाश इस गुरुद्वारा साहिब विच है। देखो कितना सुंदर गुरुद्वारा साहिब बनया होया। आप जी दर्शन कर रहे हो। आओ हुण तुहानूं असीं लैके जाने आ जो बेबे नानकी जी दे घर दे उपर अजैब घर बनया होया। उस अजैब घर दे भी आप जी दर्शन करो। बहुत ही सोहना अजैब घर बनया होया है। आओ धन गुरु नानक देव महाराज जी दे इतिहास दे तस्वीरां दे द्वारा आपां दर्शन करिए। आप जी देखो सामने किन्नियां सुंदर तस्वीरां चित्र बनाए हुए हैं। हुण असीं पहुँचे हाँ जी गुरुद्वारा गुरु का बाग। आप जी सामने गुरुद्वारा साहिब दे दर्शन कर रहे हो। गुरुद्वारा गुरु का बाग
ਇਸ ਗੁਰਦੁਆਰਾ ਸਾਹਿਬ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਵਿਆਹ ਤੋਂ ਬਾਅਦ ਰਹਿੰਦੇ ਸਨ। ਇਹ ਵੀ ਬੇਬੇ ਨਾਨਕੀ ਜੀ ਦਾ ਘਰ ਸੀ, ਜੋ ਕਿ ਇਹ ਸੁਲਤਾਨਪੁਰ ਲੋਧੀ ਪਿੰਡ ਦੇ ਗੱਭੇ ਘਰ ਹੈ। ਇਸ ਘਰ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਵਿਆਹ ਤੋਂ ਬਾਅਦ ਰਿਹਾ ਕਰਦੇ ਸਨ ਅਤੇ ਇਸ ਘਰ ਵਿੱਚ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਆਪ ਜੀ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰੋ। ਦੇਖੋ ਕਿੰਨਾ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇਹ ਖੂਹੀ ਹੈ ਗੁਰਦੁਆਰਾ ਸਾਹਿਬ ਦੇ ਬਾਹਰਲੀ ਸਾਈਡ। ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਦੇ ਸਾਹਿਬ ਦੇ ਬਾਹਰਲੇ ਦਰਸ਼ਨ ਕਰਾਉਂਦੇ ਹਾਂ। ਦੇਖੋ ਕਿੰਨੇ ਸੁੰਦਰ ਫੁੱਲ ਬੂਟੇ ਲੱਗੇ ਹੋਏ ਆ, ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਅਤੇ ਨਾਲ ਨਾਲ ਆਪ ਜੀ ਨੂੰ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਲੈ ਕੇ ਜਾਵਾਂਗੇ। ਅਤੇ ਜਦੋਂ ਇਹ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣੀ ਹੈ, ਦਰਬਾਰ ਸਾਹਿਬ ਬਣਿਆ, ਜਦੋਂ ਖੁਦਾਈ ਚੱਲੀ ਤਾਂ ਖੁਦਾਈ ਦੇ ਸਮੇਂ ਇਸ ਗੁਰਦੁਆਰਾ ਸਾਹਿਬ ਦੇ ਹੇਠੋਂ ਇੱਕ ਪੁਰਾਣਾ ਮਕਾਨ ਟੈਪ ਪੁਰਾਣੀ ਯਾਦਗਾਰ ਵੀ ਮਿਲੀ ਹੈ, ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਆਓ ਪਹਿਲਾਂ ਤੁਸੀਂ ਬਾਹਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅਤੇ ਨਾਲ ਨਾਲ ਫਿਰ ਆਪਾਂ ਅੰਦਰ ਜਾਂਦੇ ਹਾਂ, ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ। ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ ਉਹ ਪੁਰਾਤਨ ਇਮਾਰਤ ਜਿਹੜੀ ਖੁਦਾਈ ਦੇ ਸਮੇਂ ਇੱਥੋਂ ਨਿਕਲੀ ਸੀ। ਉੱਤੇ ਤੁਸੀਂ ਨਵੀਂ ਗੁਰਦੁਆਰਾ ਸਾਹਿਬ ਦਾ ਦਰਬਾਰ ਵੇਖਿਆ, ਇਮਾਰਤ ਵੇਖੀ ਹੈ। ਆਓ ਹੁਣ ਉਹ ਇਤਿਹਾਸਕ ਇਮਾਰਤ ਦੇ ਆਪ ਜੀ ਦਰਸ਼ਨ ਕਰੋ, ਜੋ ਖੁਦਾਈ ਦੇ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਘਰ ਵਿੱਚੋਂ ਨਿਕਲੀ ਸੀ। ਉਹ ਸਾਹਮਣੇ ਤੁਸੀਂ ਵੇਖ ਰਹੇ ਹੋ ਉਹ ਪੁਰਾਣੀ ਇਮਾਰਤ, ਜੋ ਕਿ ਸ਼ੀਸ਼ਿਆਂ ਦੇ ਵਿੱਚ ਜੜੀ ਹੋਈ ਹੈ। ਆਪ ਜੀ ਨੂੰ ਕੋਲ ਜਾ ਕੇ ਵੀ ਦਿਖਾਉਂਦੇ ਹਾਂ, ਦਰਸ਼ਨ ਕਰੋ ਉਹ ਪੁਰਾਤਨ ਇਮਾਰਤ। ਸੋ ਇਹ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਗੁਰਦੁਆਰਾ ਗੁਰੂ ਕਾ ਬਾਗ। ਆਓ ਹੁਣ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਇਤਿਹਾਸਕ ਸਥਾਨ ਗੁਰਦੁਆਰਾ ਸੰਤ ਘਾਟ ਸਾਹਿਬ। ਉੱਥੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਸਰਵਣ ਕਰਾਵਾਂਗੇ। ਆਪ ਜੀ ਆਓ ਬਾਹਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ। ਸਾਹਮਣੇ ਗੁਰਦੁਆਰਾ ਸਾਹਿਬ ਵੇਖ ਰਹੇ ਹੋ, ਗੁਰਦੁਆਰਾ ਸੰਤ ਘਾਟ ਸਾਹਿਬ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਈ ਨਦੀ ਵਿੱਚ ਟੁੱਬੀ ਮਾਰਨ ਉਪਰੰਤ ਤੀਜੇ ਦਿਨ ਇਸ ਅਸਥਾਨ 'ਤੇ ਗੁਰੂ ਸਾਹਿਬ ਪ੍ਰਗਟ ਹੋਏ ਸਨ। ਭਾਈ ਗੁਰਦਾਸ ਜੀ ਦਾ ਕਥਨ ਹੈ, ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਇਸ ਅਸਥਾਨ 'ਤੇ ਆ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ। ਇਸ ਅਸਥਾਨ 'ਤੇ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ, ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸੰਤ ਘਾਟ ਸਾਹਿਬ।